ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। MK ਗੁਰਬਾਣੀ ਵਿਚਾਰ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਕਿਵੇਂ ਦੋ ਨਿੱਕੇ ਨਿੱਕੇ ਬੱਚਿਆਂ ਨੇ ਰੱਬ ਨੂੰ ਚਿੱਠੀ ਲਿਖੀ ਅਤੇ ਉਸ ਚਿੱਠੀ ਵਿੱਚ ਕੀ ਲਿਖਿਆ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਬੇਨਤੀ ਹੈ ਕਿ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ ਔਰ ਵਾਹਿਗੁਰੂ ਲਿਖ ਕੇ ਜ਼ਰੂਰ ਕਮੈਂਟ ਕਰਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਮਾਂ ਦੇ ਦੋ ਬੱਚੇ ਸਨ। ਪਰਿਵਾਰ ਬਹੁਤ ਗਰੀਬ ਸੀ। ਚਾਹੇ ਕਿੰਨੀ ਵੀ ਮਜ਼ਦੂਰੀ ਕਰਨੀ ਪਵੇ, ਪਰ ਜਦ ਤੱਕ ਰੋਟੀ ਅਤੇ ਦੁੱਧ ਦੇ ਪੈਸੇ ਨਹੀਂ ਸੀ ਇਕੱਠੇ ਹੁੰਦੇ ਤਦ ਤੱਕ ਕੰਮ ਕਰਦੀ ਸੀ ਅਤੇ ਰੋਜ਼ ਰਾਤ ਨੂੰ ਬੱਚਿਆਂ ਨੂੰ ਦੁੱਧ ਦਿੰਦੀ ਸੀ। ਇੱਕ ਦਿਨ ਦੁੱਧ ਦਾ ਇੰਤਜ਼ਾਮ ਨਾ ਕਰ ਪਾਈ। ਮਾਂ ਨੇ ਰੋਟੀ ਹੀ ਖਾਲੀ ਦਿੱਤੀ ਤਾਂ ਬੱਚਿਆਂ ਨੇ ਮਾਂ ਨੂੰ ਕਿਹਾ, ਮਾਂ ਅੱਜ ਦੁੱਧ ਕਿਉਂ ਨਹੀਂ ਦਿੱਤਾ। ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸ ਨੇ ਆਪਣੇ ਹੰਝੂ ਪੂੰਝੇ ਅਤੇ ਬੱਚਿਆਂ ਨੂੰ ਗਲ ਲਾ ਕੇ ਕਿਹਾ, ਬੱਚਿਓ ਅੱਜ ਦੁੱਧ ਤੁਹਾਨੂੰ ਪਰਮੇਸ਼ਰ ਦੇਵੇਗਾ। ਜਦ ਉਸ ਨੇ ਕਿਹਾ ਕਿ ਅੱਜ ਦੁੱਧ ਪਰਮੇਸ਼ਰ ਦੇਵੇਗਾ ਤਾਂ ਬੱਚਿਆਂ ਨੇ ਕਿਹਾ, ਅੱਗੇ ਤਾਂ ਹਰ ਰੋਜ਼ ਦੁੱਧ ਤੂੰ ਦਿੰਦੀ ਸੀ, ਫਿਰ ਅੱਜ ਪਰਮੇਸ਼ਰ ਦੁੱਧ ਕਿਉਂ ਦੇਵੇਗਾ। ਤਾਂ ਮਾਂ ਨੇ ਕਿਹਾ, ਬੇਟਾ ਸੱਚ ਗੱਲ ਤਾਂ ਹੈ ਕਿ ਹਰ ਰੋਜ਼ ਜੋ ਮੈਂ ਦੁੱਧ ਤੁਹਾਡੇ ਲਈ ਲਿਆਂਦੀ ਸਾਂ ਉਹ ਪਰਮੇਸ਼ਰ ਹੀ ਮੈਨੂੰ ਦਿੰਦਾ ਸੀ ਅਤੇ ਉਹ ਦੁੱਧ ਮੈਂ ਤੁਹਾਨੂੰ ਦਿੰਦੀ ਸੀ, ਪਰ ਅੱਜ ਪਰਮੇਸ਼ਰ ਨੇ ਮੈਨੂੰ ਦੁੱਧ ਨਹੀਂ ਦਿੱਤਾ, ਇਸ ਲਈ ਤੁਸੀਂ ਪਰਮੇਸ਼ਰ ਕੋਲੋਂ ਹੀ ਦੁੱਧ ਮੰਗ ਲਓ। ਬੱਚੇ ਤਾਂ ਭੋਲੇ ਹੁੰਦੇ ਹਨ। ਮਾਂ ਨੂੰ ਕਹਿਣ ਲੱਗੇ, ਮਾਂ ਹੁਣ ਤਾਂ ਸਕੂਲ ਦਾ ਸਮਾਂ ਹੋ ਗਿਆ ਹੈ, ਜਦੋਂ ਘਰ ਆਵਾਂਗੇ ਤਾਂ ਪਰਮੇਸ਼ਰ ਕੋਲੋਂ ਦੁੱਧ ਮੰਗ ਲਵਾਂਗੇ। ਬੱਚੇ ਬਹੁਤ ਮਾਸੂਮ ਹੁੰਦੇ ਹਨ। ਜਦੋਂ ਸਕੂਲ ਦੀ ਛੁੱਟੀ ਹੋਈ ਤਾਂ ਛੋਟੇ ਭਰਾ ਨੇ ਵੱਡੇ ਭਰਾ ਨੂੰ ਕਿਹਾ, ਰੱਬ ਨੂੰ ਕਿਵੇਂ ਸੁਨੇਹਾ ਭੇਜੀਏ। ਤਾਂ ਵੱਡੇ ਭਰਾ ਨੇ ਕਿਹਾ, ਇੰਜ ਕਰਦੇ ਹਾਂ, ਰੱਬ ਨੂੰ ਚਿੱਠੀ ਲਿਖਦੇ ਹਾਂ। ਜਦੋਂ ਕਿਸੇ ਨੂੰ ਸੰਦੇਸ਼ਾ ਭੇਜਣਾ ਹੁੰਦਾ ਹੈ ਤਾਂ ਉਸ ਨੂੰ ਚਿੱਠੀ ਲਿਖੀ ਦੀ ਹੈ। ਉਹਨਾਂ ਨੇ ਬੈਗ ਵਿੱਚੋਂ ਕਾਪੀ ਕੱਢੀ ਅਤੇ ਰੱਬ ਨੂੰ ਚਿੱਠੀ ਲਿਖਣ ਲੱਗੇ ਅਤੇ ਚਿੱਠੀ ਵਿੱਚ ਲਿਖਿਆ, ਹੇ ਪਰਮੇਸ਼ਰ ਜੀ, ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਤੁਸੀਂ ਸਾਡੇ ਲਈ ਹਰ ਰੋਜ਼ ਦੁੱਧ ਭੇਜਦੇ ਸੀ। ਮਾਂ ਕਹਿੰਦੀ ਹੈ, ਤੁਸੀਂ ਸੰਸਾਰ ਨੂੰ ਪਾਲਣ ਵਾਲੇ ਹੋ, ਸਭ ਦੇ ਹੀ ਪਿਤਾ ਹੋ, ਤੁਸੀਂ ਸਾਰਿਆਂ ਨੂੰ ਪਾਲਦੇ ਹੋ, ਰਿਜ਼ਕ ਦਿੰਦੇ ਹੋ, ਸਾਨੂੰ ਵੀ ਦੁੱਧ ਦੇ ਦਿਓ। ਹੇ ਪਰਮੇਸ਼ਰ, ਅੱਜ ਅਸੀਂ ਦੁੱਧ ਨਹੀਂ ਪੀਤਾ, ਕਿਰਪਾ ਕਰਕੇ ਜਿਵੇਂ ਤੁਸੀਂ ਹਰ ਰੋਜ਼ ਸਾਨੂੰ ਦੁੱਧ ਦਿੰਦੇ ਹੋ ਪਰ ਅੱਜ ਨਹੀਂ ਦਿੱਤਾ, ਤੁਸੀਂ ਨਾਗਾ ਨਾ ਪਾਇਆ ਕਰੋ। ਸਾਨੂੰ ਦੁੱਧ ਬਹੁਤ ਚੰਗਾ ਲੱਗਦਾ ਹੈ, ਅਸੀਂ ਦੁੱਧ ਬਿਨਾਂ ਨਹੀਂ ਰਹਿ ਸਕਦੇ। ਬੱਚੇ ਭੋਲੇ ਹੁੰਦੇ ਹਨ। ਜਿਵੇਂ ਕੋਈ ਕਹਿ ਦਏ ਉਂਝ ਹੀ ਮੰਨ ਜਾਂਦੇ ਹਨ, ਉਸ ਉੱਤੇ ਯਕੀਨ ਕਰ ਲੈਂਦੇ ਹਨ। ਜਿਹੜਾ ਵੀ ਕੋਈ ਉਸ ਪਰਮਾਤਮਾ ਤੇ ਉਹਨਾਂ ਬੱਚਿਆਂ ਦੀ ਤਰ੍ਹਾਂ ਯਕੀਨ ਕਰ ਲਵੇ ਅਤੇ ਆਪਣੀ ਸਿਆਣਪ ਛੱਡ ਦੇਵੇ, ਕਿਉਂਕਿ ਚਤਰਾਈ ਸਿਆਣਪ ਕਿਤੇ ਕਾਮ ਨਾ ਆਵੇ। ਜੇ ਅੱਜ ਤੋਂ ਬਾਅਦ ਉਹਨਾਂ ਦੀ ਮਾਸੂਮੀਅਤ ਸਾਡੇ ਵਿੱਚ ਵੀ ਆ ਜਾਵੇ। ਤੁਸੀਂ ਸੁਣਿਆ ਹੀ ਹੋਵੇਗਾ, ਭੋਲਾ ਭਾਉ ਗੋਬਿੰਦ ਮਿਲਾਸੀ, ਕਿਉਂਕਿ ਬੱਚਿਆਂ ਦੀ ਬੁੱਧੀ ਭੋਲੀ ਹੁੰਦੀ ਹੈ। ਉਹਨਾਂ ਨੇ ਜਦ ਸਾਰੀ ਚਿੱਠੀ ਲਿਖ ਦਿੱਤੀ ਅਤੇ ਉਸ ਨੂੰ ਬੰਦ ਕਰਕੇ ਉੱਪਰ ਲਿਖ ਦਿੱਤਾ, ਰੱਬ ਵਾਸਤੇ, ਅਤੇ ਉਹ ਚਿੱਠੀ ਲੈ ਕੇ ਲੈਟਰ ਬਾਕਸ ਕੋਲ ਗਏ। ਲੈਟਰ ਬਾਕਸ ਭਰਿਆ ਹੋਏਗਾ। ਉਹ ਚਿੱਠੀ ਲੈਟਰ ਬਾਕਸ ਵਿੱਚ ਪਾ ਰਹੇ ਹਨ ਪਰ ਚਿੱਠੀ ਉਸ ਅੰਦਰ ਨਹੀਂ ਜਾ ਰਹੀ। ਕੋਲ ਹੀ ਇੱਕ ਦੁਕਾਨ ਸੀ, ਉਸ ਦਾ ਮਾਲਿਕ ਸਭ ਕੁਝ ਦੇਖ ਰਿਹਾ ਸੀ। ਇਹ ਬੱਚੇ ਕੋਈ ਚਿੱਠੀ ਲੈਟਰ ਬਾਕਸ ਵਿੱਚ ਪਾ ਰਹੇ ਹਨ ਪਰ ਉਹਨਾਂ ਕੋਲੋਂ ਪਾਈ ਨਹੀਂ ਜਾ ਰਹੀ। ਉਸਨੇ ਸੋਚਿਆ ਕਿ ਇਹਨਾਂ ਬੱਚਿਆਂ ਦੀ ਮਦਦ ਕੀਤੀ ਜਾਵੇ। ਜਦੋਂ ਉਹ ਬੱਚਿਆਂ ਕੋਲ ਆਇਆ ਔਰ ਕਹਾ, ਲਿਆਓ ਬੱਚਿਓ, ਚਿੱਠੀ ਮੈਂ ਪਾ ਦਿੰਦਾ ਹਾਂ। ਔਰ ਜਦ ਉਸਨੇ ਚਿੱਠੀ ਪਕੜੀ ਤਾਂ ਦੇਖਿਆ ਕਿ ਚਿੱਠੀ ਉੱਪਰ ਲਿਖਿਆ ਹੋਇਆ ਸੀ ਕਿ ਰੱਬ ਵਾਸਤੇ। ਤਾਂ ਉਸਨੇ ਹੈਰਾਨ ਹੋ ਕੇ ਬੱਚਿਆਂ ਨੂੰ ਪੁੱਛਿਆ ਕਿ ਇਹ ਚਿੱਠੀ ਕਿਸ ਨੂੰ ਲਿਖੀ ਹੈ। ਤਾਂ ਉਹਨਾਂ ਬੱਚਿਆਂ ਨੇ ਕਿਹਾ
ਕਿ ਇਹ ਰੱਬ ਨੂੰ ਚਿੱਠੀ ਲਿਖੀ ਹੈ ਤਾਂ ਉਸ ਨੇ ਬੱਚਿਆਂ ਨੂੰ ਪੁੱਛਿਆ ਕਿ ਇਸ ਚਿੱਠੀ ਵਿੱਚ ਕੀ ਲਿਖਿਆ ਹੈ। ਤਾਂ ਬੱਚਿਆਂ ਨੇ ਕਿਹਾ, ਹਰ ਰੋਜ਼ ਰੱਬ ਸਾਡੇ ਵਾਸਤੇ ਮਾਂ ਦੇ ਹੱਥ ਦੁੱਧ ਭੇਜਦਾ ਸੀ, ਪਰ ਉਸ ਨੇ ਅੱਜ ਦੁੱਧ ਨਹੀਂ ਭੇਜਿਆ। ਮਾਂ ਨੇ ਕਿਹਾ ਹੈ, ਰੱਬ ਰੋਜ਼ ਤੁਹਾਡੇ ਲਈ ਮੈਨੂੰ ਦੁੱਧ ਦਿੰਦਾ ਸੀ, ਅੱਜ ਉਸਨੇ ਨਹੀਂ ਦਿੱਤਾ। ਅੱਜ ਰੱਬ ਕੋਲੋਂ ਦੁੱਧ ਤੁਸੀਂ ਖੁਦ ਮੰਗ ਲਵੋ। ਇਸ ਲਈ ਅਸੀਂ ਰੱਬ ਨੂੰ ਚਿੱਠੀ ਲਿਖੀ ਹੈ ਕਿ ਤੁਸੀਂ ਪ੍ਰਤਪਾਲਕ ਹੋ, ਸਭ ਦੇ ਸਾਰਿਆਂ ਦਾ ਖਿਆਲ ਤੁਸੀਂ ਰੱਖਦੇ ਹੋ। ਸਾਡਾ ਵੀ ਖਿਆਲ ਰੱਖਣਾ ਤੁਹਾਡਾ ਫਰਜ਼ ਬਣਦਾ ਹੈ। ਸਾਨੂੰ ਦੁੱਧ ਬਹੁਤ ਚੰਗਾ ਲੱਗਦਾ ਹੈ, ਇਸ ਲਈ ਹੇ ਪਰਮੇਸ਼ਰ ਪਿਤਾ, ਸਾਨੂੰ ਹਰ ਰੋਜ਼ ਦੁੱਧ ਭੇਜ ਦਿਆ ਕਰੋ। ਮਾਂ ਸਾਨੂੰ ਰੋਜ਼ ਦੁੱਧ ਦਿੰਦੇ ਸੀ, ਅੱਜ ਉਸਨੇ ਸਾਨੂੰ ਦੁੱਧ ਨਹੀਂ ਦਿੱਤਾ। ਉਸ ਮਨੁੱਖ ਨੇ ਜਦੋਂ ਇੰਨੀ ਹੀ ਗੱਲ ਸੁਣੀ ਤਾਂ ਉਸ ਦਾ ਮਨ ਪਸੀਜ ਗਿਆ। ਤਾਂ ਉਸਨੇ ਕਿਹਾ, ਇਸ ਚਿੱਠੀ ਅੰਦਰ ਤੁਸੀਂ ਇਹ ਸਾਰਾ ਕੁਝ ਰੱਬ ਨੂੰ ਲਿਖਿਆ ਹੈ? ਤਾਂ ਬੱਚਿਆਂ ਨੇ ਕਿਹਾ, ਹਾਂ। ਉਸ ਮਨੁੱਖ ਨੇ ਕਿਹਾ, ਤੁਹਾਨੂੰ ਸੱਚ ਦੱਸਾਂ, ਜਦੋਂ ਤੁਸੀਂ ਚਿੱਠੀ ਲਿਖ ਰਹੇ ਸੀ ਉਦੋਂ ਹੀ ਰੱਬ ਨੇ ਖੁਦ ਮੈਨੂੰ ਇਹ ਸੁਨੇਹਾ ਦਿੱਤਾ ਕਿ ਜਾ ਕੇ ਇਹਨਾਂ ਬੱਚਿਆਂ ਨੂੰ ਬੋਲੋ ਕਿ ਅੱਜ ਦੁੱਧ ਮੈਂ ਦਿਆਂਗਾ। ਬੱਚਿਆਂ ਨੇ ਕਿਹਾ, ਤੁਸੀਂ ਦੁੱਧ ਦਿਓਗੇ? ਰੱਬ ਨੇ ਅੱਜ ਤੁਹਾਨੂੰ ਸਾਡਾ ਦੁੱਧ ਦਿੱਤਾ ਹੈ? ਤਾਂ ਉਸ ਇਨਸਾਨ ਨੇ ਕਿਹਾ, ਹਾਂ। ਅਤੇ ਉਸ ਨੇ ਕਿਹਾ, ਬੇਟਾ, ਜਦੋਂ ਤੂੰ ਚਿੱਠੀ ਲਿਖ ਰਿਹਾ ਸੀ ਤਾਂ ਰੱਬ ਜੀ ਮੇਰੇ ਕੋਲ ਆਏ ਅਤੇ ਮੈਨੂੰ ਕਿਹਾ, ਉਹ ਜੋ ਦੋ ਪਿਆਰੇ ਪਿਆਰੇ ਬੱਚੇ ਖੜੇ ਹਨ ਉਹਨਾਂ ਨੂੰ ਦੁੱਧ ਦੇ ਦਿਓ, ਔਰ ਸਿਰਫ ਅੱਜ ਹੀ ਇਹਨਾਂ ਨੂੰ ਦੁੱਧ ਨਹੀਂ ਦੇਣਾ, ਹਰ ਰੋਜ਼ ਤੂੰ ਇਹਨਾਂ ਨੂੰ ਦੁੱਧ ਦੇਣਾ ਹੈ। ਅਤੇ ਉਸਨੇ ਕਿਹਾ, ਹੇ ਮੇਰੇ ਬੱਚਿਓ, ਤੁਹਾਨੂੰ ਰੋਜ਼ ਦੁੱਧ ਚਾਹੀਦਾ ਹੋਵੇ ਤਾਂ ਮੇਰੇ ਕੋਲ ਲੈ ਜਾਇਆ ਕਰੋ। ਔਰ ਰੱਬ ਨੇ ਕਿਹਾ ਹੈ, ਦੁੱਧ ਤੋਂ ਇਲਾਵਾ ਹੋਰ ਜੋ ਵੀ ਤੁਹਾਨੂੰ ਚਾਹੀਦਾ ਹੈ ਉਹ ਵੀ ਮੇਰੇ ਕੋਲੋਂ ਲੈ ਜਾਇਆ ਕਰੋ। ਬਸ ਇਹ ਗੱਲ ਸੁਣਦਿਆਂ ਹੀ ਦੋਨੋਂ ਬੱਚਿਆਂ ਦੀ ਅੱਖਾਂ ਵਿੱਚ ਹੰਝੂ ਆ ਗਏ। ਦੋਨੋਂ ਬੱਚੇ ਆਕਾਸ਼ ਵਿੱਚ ਵੇਖ ਕੇ ਕਹਿਣ ਲੱਗੇ, ਰੱਬ ਜੀ, ਤੁਸੀਂ ਇੰਨੇ ਨੇੜੇ ਹੋ, ਅਸੀਂ ਤਾਂ ਹਾਲੇ ਚਿੱਠੀ ਹੀ ਨਹੀਂ ਪਾਈ ਔਰ ਤੁਸੀਂ ਆਪਣਾ ਸੁਨੇਹਾ ਭੇਜ ਦਿੱਤਾ। ਹਾਲੇ ਚਿੱਠੀ ਅਸੀਂ ਪਾਉਂਦੇ ਉਹ ਤੁਹਾਡੇ ਕੋਲ ਪਹੁੰਚਦੀ, ਤੁਸੀਂ ਚਿੱਠੀ ਨੂੰ ਪੜ੍ਹਦੇ ਔਰ ਤੁਸੀਂ ਚਿੱਠੀ ਲਿਖਦਿਆਂ ਲਿਖਦਿਆਂ ਹੀ ਸੁਣ ਲਿਆ। ਰੱਬ ਜੀ, ਤੁਸੀਂ ਇੰਨੀ ਨੇੜੇ ਹੋ। ਇਹ ਸੱਚਾਈ ਹੈ ਕਿ ਰੱਬ ਨੇੜੇ ਹੈ, ਪਰ ਉਹਨਾਂ ਲੋਕਾਂ ਦੇ ਜਿਨ੍ਹਾਂ ਨੂੰ ਰੱਬ ਉੱਤੇ ਪੂਰਾ ਵਿਸ਼ਵਾਸ ਹੈ, ਸੱਚਾਈ ਹੈ, ਪੂਰਾ ਭਰੋਸਾ ਹੈ। ਜਿਹੜਾ ਵੀ ਉਸ ਉੱਤੇ ਪੂਰਾ ਭਰੋਸਾ ਟਿਕਾ ਕੇ ਬੈਠਦਾ ਹੈ ਉਹ ਰੱਬ ਨੂੰ ਚਿੰਤਾ ਵਿੱਚ ਪਾ ਦਿੰਦਾ ਹੈ। ਫਿਰ ਖੁਦ ਰੱਬ ਸੋਚਦਾ ਹੈ ਕਿ ਇਸ ਨੂੰ ਕਿਸ ਜ਼ਰੀਏ ਦੇਵਾਂ। ਰੱਬ ਖੁਦ ਤਾਂ ਨਹੀਂ ਆਂਦਾ, ਪਰ ਐਸੇ ਜ਼ਰੀਏ ਬਣਾ ਦਿੰਦਾ ਹੈ ਕਿ ਤੁਸੀਂ ਹੈਰਾਨ ਹੋ ਜਾਵੋਗੇ ਕਿ ਇਹ ਕਿਵੇਂ ਹੋ ਗਿਆ। ਇੱਕ ਵਾਰ ਉਸ 'ਤੇ ਪੂਰਾ ਭਰੋਸਾ ਕਰਕੇ ਤਾਂ ਦੇਖੋ, ਫਿਰ ਦੇਖੋ ਤੁਹਾਡੀਆਂ ਹਰ ਮੁਸ਼ਕਿਲਾਂ ਕਿਵੇਂ ਖਤਮ ਹੁੰਦੀਆਂ ਹਨ। ਪਰ ਅਸੀਂ ਸਭ ਦੀਆਂ ਗੱਲਾਂ ਸੁਣ ਲੈਂਦੇ ਹਾਂ, ਅਸੀਂ ਬੋਲਣਾ ਵੀ ਜਾਣਦੇ ਹਾਂ, ਪਰ ਰੱਬ 'ਤੇ ਭਰੋਸਾ ਪੂਰੀ ਤਰ੍ਹਾਂ ਨਹੀਂ ਕਰਦੇ। ਪਰ ਜਿਨ੍ਹਾਂ ਨੂੰ ਉਸ ਉੱਤੇ ਪੂਰਾ ਭਰੋਸਾ ਹੋ ਜਾਏ ਉਹਨਾਂ ਨੂੰ ਸਭ ਕੁਝ ਮਿਲ ਜਾਂਦਾ ਹੈ। ਇਸ ਲਈ ਸਾਧ ਸੰਗਤ ਜੀ, ਅੱਜ ਤੋਂ ਤੁਸੀਂ ਵੀ ਨਿਸ਼ਚਾ ਕਰਕੇ ਪੂਰੇ ਵਿਸ਼ਵਾਸ ਨਾਲ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਹੈ। ਫਿਰ ਦੇਖਣਾ ਤੁਹਾਡੇ ਵੀ ਸਾਰੇ ਦੁੱਖ, ਸਾਰੀਆਂ ਚਿੰਤਾਵਾਂ ਕਿਸ ਤਰ੍ਹਾਂ ਦੂਰ ਹੋ ਜਾਣਗੀਆਂ। ਤੁਸੀਂ ਖੁਦ ਹੈਰਾਨ ਹੋ ਜਾਵੋਗੇ ਕਿ ਇਹ ਕਿਵੇਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਰ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ। ਜੋ ਚੈਨਲ 'ਤੇ ਨਵੇਂ ਹਨ ਸਬਸਕ੍ਰਾइब भी कर लेना और बेल आइकन भी दबा लेना। अगर कोई त्रुटि हो गई होए तो माफ़ करना और अपने विचार कमेंट द्वारा जरूर शेयर करना और कमेंट सैशन में वाहिगुरू जरूर लिखना। वाहिगुरू जी का खालसा, वाहिगुरू जी की फतेह।